ਸਿੱਖ ਮੱਤ ਵਿੱਚ ਗੁਰਦੁਆਰਾ 4 ਗੱਲਾਂ ਕਾਰਨ ਬਣਾਇਆ ਗਿਆ। ਪਹਿਲੇ ਤੇ ਇੱਥੇ ਮਨੁੱਖ ਨੂੰ ਆਤਮਿਕ ਗਿਆਨ ਤੇ ਆਤਮਿਕ ਰਸ ਤੇ ਤ੍ਰਿਪਤੀ ਮਿਲਦੀ ਹੈ। ਦੂਜਾ, ਮਨੁੱਖ ਨੂੰ ਲੋੜ ਵੇਲੇ ਰਹਿਣ ਲਈ ਥਾਂ, ਤੇ ਤੀਜਾ, ਭੁੱਖ ਪਿਆਸ ਨੂੰ ਅੰਨ ਜਲ ਮਿਲਦਾ ਹੈ। ਚੌਥਾ, ਜੇਕਰ ਕੋਈ ਗਰੀਬ, ਮਜ਼ਲੂਮ ਤੇ ਔਰਤ ਨਾਲ ਕੋਈ ਜ਼ੁਲਮ ਹੁੰਦਾ ਹੋਵੇ, ਉਸ ਦੀ ਇੱਜ਼ਤ ਨੂੰ ਖਤਰਾ ਹੋਵੇ, ਤਾਂ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਜੋ ਝੂਲਦਾ ਹੈ ਉਸ ਹੇਠਾਂ ਆ ਕੇ ਫਰਿਆਦ ਕਰੇ। ਇਹ ਲੋੜ ਵੀ ਗੁਰਦੁਆਰਾ ਪੂਰੀ ਕਰਦਾ ਹੈ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਇਸ ਪ੍ਰਥਾਏ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੀ ਰਚਨਾ ਕੀਤੀ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਲੁਕਾਈ ਲਈ ਗੁਰਦੁਆਰਾ ਦੁੱਖ ਨਿਵਾਰਣ ਅਕਾਲ ਪੁਰਖ ਦਾ ਇੱਕ ਵੱਡਾ ਦਫ਼ਤਰ ਬਣਾ ਦਿੱਤਾ, ਕਿਉਂਕਿ ਇੱਥੇ ਹਰੇਕ ਜੀਵ ਦੇ 3 ਤਾਪ ਦੁੱਖ, ਦਲਿੱਦਰ ਦੂਰ ਹੁੰਦੇ ਨੇ ਤੇ ਆਤਮਿਕ ਗਿਆਨ ਤੇ ਪ੍ਰਭੂ ਮਿਲਾਪ ਦਾ ਸਥਾਨ ਹੈ ਗੁਰਦੁਆਰਾ ਦੁੱਖ ਨਿਵਾਰਣ। ਇਨ੍ਹਾਂ ਸਾਲਾਂ ਵਿੱਚ ਸਤਿਗੁਰੂ ਚੜ੍ਹਦੇ ਵਾਲੇ ਪਾਸੇ ਲਾਲਾ ਵਲੀ ਦੀ ਸਮਾਧ ਕੋਲ ਹੀ ਤਪ ਸਿਮਰਨ ਕਰਦੇ ਸਨ ਤੇ ਲੰਗਰ ਘੱਟ ਹੀ ਛਕਦੇ ਸਨ। ਝਿੰਗੜਾਂ ਦੀ ਸੰਗਤ ਨੇ ਬਹੁਤ ਫਿਕਰ ਕੀਤਾ। ਬਾਬਾ ਮਾਨਾ ਜੀ, ਵਰਿਆਮ ਸਿੰਘ, ਹਰਨਾਮ ਸਿੰਘ ਲੰਗਰ ਛਕਣ ਦੀ ਬੇਨਤੀ ਕੀਤੀ। ਸਤਿਗੁਰ ਕਹਿਣ ਲੱਗੇ ਕਿ ਪ੍ਰਭੂ ਪਿਆਰਿਆਂ ਨੂੰ ਇਕਾਂਤ ਚਾਹੀਦਾ ਹੈ, ਜਿੱਥੇ ਉਹ ਆਪਣੇ ਪ੍ਰਭੂ ਪਿਆਰੇ ਦੇ ਪਿਆਰ ਵਿੱਚ ਇਕਮਿਕ ਰਹਿਣ। ਇੱਕ ਐਸਾ ਸਥਾਨ ਬਣਾਇਆ ਜਾਵੇ ਜਿੱਥੇ ਬੈਠ ਕੇ ਰਾਮ ਵਿੱਚ ਰਮਿਆ ਜਾ ਸਕੇ। ਸਰਦਾਰ ਹਰਨਾਮ ਸਿੰਘ ਨੇ ਇਹ ਗੱਲ ਆਪਣੇ ਪਰਿਵਾਰ ਵਿੱਚ ਮੋਤੀ ਸਿੰਘ ਤੇ ਕਿਰਪਾ ਸਿੰਘ ਕੋਲ ਕੀਤੀ। ਇਹ ਸਾਰਾ ਪਰਿਵਾਰ ਸਤਿਗੁਰ ਦੀ ਬਖਸ਼ਿਸ਼ਾਂ ਵਾਲਾ, ਆਪਣਾ ਆਪ ਨਿਛਾਵਰ ਕਰਨ ਵਾਲਾ ਸੀ। ਸਤਿਗੁਰ ਦੇ ਚਰਨ ਪਰਸ ਕੇ ਕਹਿਣ ਲੱਗੇ, ਹੇ ਸਤਿਗੁਰੂ, ਇਹ ਜ਼ਮੀਨ ਜਾਇਦਾਦ, ਧਨ ਦੌਲਤ ਆਪ ਜੀ ਨੇ ਹੀ ਖਜ਼ਾਨੇ ਬਖਸ਼ੇ ਨੇ। ਕਿਰਪਾ ਕਰੋ ਜੀ, ਆਪਣੇ ਪਵਿੱਤਰ ਚਰਨ ਕਮਲਾਂ ਨਾਲ ਉਸ ਸਥਾਨ ਨੂੰ ਪਵਿੱਤਰ, ਹਰਿਆਵਲ ਤੇ ਸੁਹਾਵਾ ਕਰੋ ਜੀ। ਸਾਰੇ ਪਰਿਵਾਰ ਨੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਿੰਡ ਦੇ ਨਾਲ 17 ਕਨਾਲ ਜ਼ਮੀਨ ਪਰਿਵਾਰ ਦੀ ਹੈ ਜੀ। ਕਿਰਪਾ ਕਰੋ, ਜਿੱਥੇ ਤੁਸੀਂ ਸਾਡਾ ਬੇੜਾ ਪਾਰ ਕਰਨਾ ਹੈ ਜੀ, ਇਸ ਕਲਯੁਗ ਵਿੱਚ ਵੀ ਤੀਰਥ ਦੀ ਰਚਨਾ ਕਰਕੇ ਨਾਮ ਬਾਣੀ ਦਾ ਜਹਾਜ਼ ਤਿਆਰ ਕਰ ਦੇਵੋ, ਜਿੱਥੇ ਕਲਯੁਗੀ ਜੀਵ ਤਰ ਸਕਣ। ਸਤਿਗੁਰੂ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਉਸ ਸਥਾਨ ਦੀ ਭਾਲ ਕੀਤੀ ਜਿੱਥੇ 33 ਕਰੋੜ ਦੇਵਤੇ ਇਕੱਤਰ ਹੁੰਦੇ ਸਨ। ਸਾਰੀ ਸੰਗਤ ਨੂੰ ਕਿਹਾ ਕਿ 1906 ਚੇਤਰ ਦੀ ਸੰਗਰਾਂਦ ਨੂੰ ਇਸ ਕਲਯੁਗ ਵਿੱਚ ਮਹਾਨ ਗੁਰਦੁਆਰਾ ਦੁੱਖ ਨਿਵਾਰਣ ਦਾ ਨੀਂਹ ਪੱਥਰ ਰੱਖਿਆ ਜਾਏਗਾ। ਸੰਗਰਾਂਦ ਨੂੰ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਹੋਇਆ। ਨੀਂਹ ਪੱਟੀ ਗਈ। ਆਪਣੇ ਪਵਿੱਤਰ ਹੱਥਾਂ ਨਾਲ 7 ਇੱਟਾਂ ਨੀਂਹ ਵਿੱਚ ਰੱਖੀਆਂ ਗਈਆਂ। ਗੋਸਲਾਂ ਵਾਲਾ ਮੰਗਲਦਾਸ ਲੋਹਾਰ ਦੇਗ ਬਣਾ ਕੇ ਲਿਆਇਆ। ਰਾਜਾ ਸਾਹਿਬ ਜੀ ਦੀ ਸੰਗਤ ਨੇ ਮਹਾਰਾਜ ਜੀ ਦੀ ਉਸਤਤ ਦੇ ਸ਼ਬਦ ਗਾਏ। ਪ੍ਰੀਤਮ ਪਿਆਰੇ ਤੇ ਇਸ਼ਾਰੇ ਜੋ ਨਿਆਰੇ ਨਿਆਰੇ, ਜਦੋਂ ਦੇ ਨਿਹਾਰੇ ਹੋਏ ਰਹੇ ਬਲਿਹਾਰੇ ਹਾਂ। ਪ੍ਰੀਤਮ ਪਿਆਰੇ ਤੇ ਇਸ਼ਾਰੇ ਜੋ ਨਿਆਰੇ ਨਿਆਰੇ, ਜਦੋਂ ਦੇ ਨਿਹਾਰੇ ਹੋਏ ਰਹੇ ਬਲਿਹਾਰੇ ਹਾਂ। कैसी दया में निशानी नहीं, बिच दो जहानी ऐसी सूरत लासानी देख होए बन जा रे हाँ। खेल है ख्याली चाल उस दिन राली असी, जदों दी है पाली लैंदे तदों दे नजारे हाँ। ਰਿਹਾ ਨਹੀਂ ਦਮ ਪਿਆ ਦਮ ਵਿੱਚ ਦਮ ਆਏ, ਦਾਸ ਭਗਵਾਨ ਹੋਏ ਰਹੇ ਮਤਵਾਰੇ ਹਾਂ। ਮੋਤੀ ਸਿੰਘ ਦੀ ਬਿਲਡਿੰਗ ਬਣਾਉਣ ਦੀ ਜ਼ਿੰਮੇਵਾਰੀ ਲਗਾਈ ਤੇ ਲੰਗਰ ਦੀ ਸੇਵਾ ਰਹਿ ਪਏ ਸੰਗਤ ਨੇ ਕੀਤੀ। ਆਪ ਜੀ ਨੇ ਕੋਲ ਬੈਠ ਕੇ ਇਮਾਰਤ ਦੀ ਉਸਾਰੀ ਕਰਵਾਈ। ਗੁਰਦੁਆਰੇ ਵਿੱਚ ਕੋਈ ਵੀ ਕੁਰਸੀ ਜਾਂ ਮੰਜੇ ਤੇ ਨਹੀਂ ਬੈਠਦਾ ਸੀ, ਪਰ ਆਪ ਮੰਜੇ ਤੇ ਬੈਠਦੇ ਸਨ। ਗੁਰਦੁਆਰੇ ਦੇ ਐਨ ਸਾਹਮਣੇ ਇੱਕ ਖੂਹੀ ਲਗਵਾਈ ਤੇ ਸੰਗਤ ਨੂੰ ਕਿਹਾ, ਜੋ ਕੋਈ ਪ੍ਰਾਣੀ ਇਸ ਖੂਹੀ ਤੋਂ ਜਲ ਛਕੇਗਾ ਉਸ ਦੇ ਸਭ ਦੁੱਖ ਦਲਿੱਦਰ ਦੂਰ ਹੋ ਜਾਣਗੇ।
ਜਦੋਂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਆਪਣੇ ਜਾਮੇ ਰੂਪੀ ਸਰੀਰ ਨੂੰ ਤਿਆਗਿਆ ਤਾਂ ਸਮੂਹ ਸੰਗਤ ਤੇ ਝਿੰਗੜਾਂ ਦੀ ਸੰਗਤ ਨੇ ਉਸ ਅਸਥਾਨ ਤੇ ਮਹਾਰਾਜ ਜੀ ਦੇ ਅੰਗੀਠੇ ਨੂੰ ਲਿਆ ਕੇ ਆਪਣੇ ਸੱਚੇ ਸਤਿਗੁਰੂ ਦੀ ਯਾਦ ਨੂੰ ਹਰ ਵੇਲੇ ਤਾਜ਼ਾ ਕਰਨ ਲਈ ਸਮਾਧ ਬਣਾ ਦਿੱਤੀ। ਮਹਾਰਾਜ ਪ੍ਰੀਤਮ ਪਾਤਸ਼ਾਹ ਜੀ ਨੇ ਸਮਾਧ ਨੂੰ ਬਹੁਤ ਹੀ ਖੂਬਸੂਰਤ ਬਣਾਇਆ। ਸਮਾਧ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਲਈ ਦਰਬਾਰ ਸਾਹਿਬ ਬਣਾਇਆ ਗਿਆ। ਇਲਾਹੀ ਦਰਬਾਰ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ। ਕੁੱਲ ਦੁਨੀਆ ਵਿੱਚ ਇਹ ਤੀਰਥ ਪ੍ਰਗਟ ਹੋਇਆ। ਇੰਨੀਆਂ ਬਖਸ਼ਿਸ਼ਾਂ ਭਰਪੂਰ, ਜੋ ਮੰਗਿਆ ਸੇਵਕਾਂ ਨੂੰ ਉਹੀ ਮਿਲਿਆ। ਆਤਮਿਕ ਤ੍ਰਿਪਤੀ ਲਈ ਗਿਆਨ ਦਾ ਸੋਮਾ ਬਣਿਆ ਗੁਰਦੁਆਰਾ ਦੁੱਖ ਨਿਵਾਰਣ, ਜਿੱਥੇ ਹਰ ਵੇਲੇ ਬਾਣੀ, ਸਿਮਰਨ, ਪ੍ਰਭੂ ਹਰਜਸ, ਸੇਵਾ ਤੇ ਲੰਗਰ ਭੰਡਾਰ ਹਰ ਵੇਲੇ ਚੱਲਦੇ ਰਹਿੰਦੇ ਨੇ। ਠੰਡੀ ਭੱਠੀ। ਇਸ ਅਸਥਾਨ ਤੇ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਜਦੋਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਲੰਗਰ ਸ਼ੁਰੂ ਕੀਤਾ, ਲੰਗਰ ਤਿਆਰ ਹੋਣ ਤੋਂ ਬਾਅਦ ਲੰਗਰ ਇੱਥੇ ਰੱਖ ਸਤਿਗੁਰੂ ਨੇ ਇਹ ਕਿਹਾ, ਇਹ ਮੇਰੀ ਠੰਡੀ ਭੱਠੀ ਹੈ। ਗੁਰਦੁਆਰਾ ਦਮਦਮਾ ਸਾਹਿਬ, ਝਿੰਗੜਾਂ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ 1906 ਵਿੱਚ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੀ ਉਸਾਰੀ ਤੋਂ ਬਾਅਦ ਆਪ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਦੀ ਉਸਾਰੀ ਕਰਵਾਈ। ਮਹਾਰਾਜ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਇਸ ਸਥਾਨ ਤੇ ਪਵਿੱਤਰ ਬਾਉਲੀ ਤੇ ਸਰੋਵਰ ਦੀ ਖੁਦਵਾਈ ਕਰਨੀ ਹੈ। ਇਲਾਕੇ ਦੀਆਂ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਨਾਲ ਬਾਉਲੀ ਤੇ ਸਰੋਵਰ ਦੀ ਖੁਦਵਾਈ ਕੀਤੀ। ਇਸੇ ਹੀ ਸਥਾਨ ਤੇ ਮਹਾਰਾਜ ਜੀ ਦੇ ਅਨੰਨ ਸੇਵਕ ਬਾਬਾ ਸਾਹਿਬ ਦਿਆਲ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਤੇ ਪੈਰਾਂ ਲਈ ਜੋੜਾ ਭੇਂਟ ਕਰਕੇ ਲੰਬਾ ਸਮਾਂ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਆਪਣੀ ਸ਼ਰਧਾ ਭੇਂਟ ਕਰਦੇ ਸਨ। ਅੱਜ ਇਸ ਸਥਾਨ ਤੇ ਪਵਿੱਤਰ ਸਰੋਵਰ ਤੇ ਬਾਉਲੀ ਤੇ ਮਹਾਰਾਜ ਸਾਹਿਬ ਦਿਆਲ ਦੀ ਸ਼ਾਨਦਾਰ ਯਾਦਗਾਰ ਬਣੀ ਹੋਈ ਹੈ। ਪ੍ਰਭੂ ਦੇ ਪਿਆਰੇ ਹਮੇਸ਼ਾ ਆਪਣੇ ਪ੍ਰਭੂ ਨੂੰ ਇਕਾਂਤ ਕੁਦਰਤੀ ਵਾਤਾਵਰਣ ਵਿੱਚ ਰਹਿ ਕੇ ਇਕਮਿਕ ਹੁੰਦੇ ਨੇ। ਪ੍ਰਭੂ ਦੇ ਪਿਆਰੇ ਹਮੇਸ਼ਾ ਜਲ ਦੇ ਸੋਮੇ ਕੋਲ ਖਿੱਚੇ ਆਉਂਦੇ ਰਹੇ ਨੇ। ਇਸੇ ਕਰਕੇ ਹੀ ਦੁਨੀਆ ਦੇ ਤੀਰਥ, ਦਰਿਆ, ਨਦੀਆਂ, ਸਮੁੰਦਰਾਂ ਦੇ ਕੰਢਿਆਂ ਤੇ ਸ਼ੋਭਾ ਵਧਾ ਰਹੇ ਨੇ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਮਹਾਰਾਜ ਜੀ ਇਸ ਤਪਦੇ ਸੰਸਾਰ ਨੂੰ ਠਾਰਨ ਲਈ, ਕੁੱਲ ਦੁਨੀਆ ਦਾ ਭਲਾ ਕਰਨ ਲਈ ਤੀਰਥਾਂ ਤੇ ਸਰੋਵਰਾਂ ਦੀ ਰਚਨਾ ਕਰ ਰਹੇ ਨੇ। ਮਹਾਰਾਜ ਪ੍ਰੀਤਮ ਦਾਸ ਜੀ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਵਰਸੋਏ ਮਹਾਨ ਤੇਜਸਵੀ ਬ੍ਰਹਮਵੇਤਾ ਤੇ ਬ੍ਰਹਮ ਸਰੂਪ ਹੋਏ ਨੇ। ਆਪ ਜੀ ਦੇ ਬਾਬਾ ਜੀ ਬਾਬਾ ਜਵਾਰ ਸਿੰਘ ਜੀ, ਜੋ ਕਿ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਗੁਰੂ ਸਾਹਿਬਾਨ ਹੋਏ ਨੇ, ਆਪ ਜੀ ਨੇ ਲਾਲਾ ਵਲੀ ਦੀ ਸਮਾਧ ਤੇ ਝੰਡੀ ਪੀਰ ਵਿਖੇ ਘੋਰ ਤਪ ਕੀਤਾ ਤੇ ਬ੍ਰਹਮਵੇਤਾ ਹੋਣ ਤੋਂ ਬਾਅਦ ਰਾਜਾ ਸਾਹਿਬ ਅਖਵਾਏ। ਆਪ ਜੀ ਨੇ ਆਪਣੀਆਂ ਬਖਸ਼ਿਸ਼ਾਂ ਨਾਲ ਕੁੱਲ ਦੁਨੀਆ ਦਾ ਭਲਾ ਕਰਦੇ ਹੋਏ ਸੱਚ ਦਾ ਮਾਰਗ ਦਿਖਾਇਆ। ਆਪ ਜੀ ਨੇ ਝੰਡੀ ਪੀਰ ਵਿਖੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਤੇ ਝੰਡੀ ਪੀਰ ਦੀ ਸਮਾਧ ਦੀ ਸੇਵਾ ਕਰਾਈ। ਆਪ ਜੀ ਦਾ ਜਨਮ ਪਿੰਡ ਝਿੰਗੜਾਂ 1920 ਵਿੱਚ ਪਿਤਾ ਵਤਨ ਸਿੰਘ, ਮਾਤਾ ਸੰਤੀ ਦੀ ਕੁੱਖੋਂ ਮਹਾਰਾਜ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਬਖਸ਼ਿਸ਼ ਨਾਲ ਹੋਇਆ। ਆਪ ਜੀ ਕੁੱਲ ਦੁਨੀਆ ਦਾ ਭਲਾ ਕਰਦੇ ਹੋਏ 1961 ਵਿੱਚ 18 ਭਾਦੋਂ ਜੋਤੀ ਜੋਤ ਸਮਾ ਗਏ। ਇਹ ਸਮਾਧ ਮਹਾਰਾਜ ਪ੍ਰੀਤਮ ਪਾਤਸ਼ਾਹ ਦੀ ਹੈ, ਜੋ ਕਿ ਮਹਾਰਾਜ ਨੇ 6 ਮਹੀਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ ਥਾਂ ਨੂੰ 2 ਫੁੱਟੇ ਨਾਲ ਨਾਪ ਕੇ ਆਖਿਆ ਸੀ ਕਿ ਇਹ ਮੇਰੀ ਸਮਾਧ ਦਾ ਸਥਾਨ ਹੈ। ਇਹ ਮਹਾਰਾਜ ਪ੍ਰੀਤਮ ਦਾਸ ਜੀ ਦਾ ਪਵਿੱਤਰ ਗ੍ਰਹਿ ਹੈ, ਜਿਸ ਵਿੱਚ ਪਾਤਸ਼ਾਹ ਜੀ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਅੱਜਕੱਲ ਆਪ ਜੀ ਦੀਆਂ ਲੜਕੀਆਂ ਤੇ ਬਾਕੀ ਸਾਰਾ ਪਰਿਵਾਰ ਵਾਸਾ ਕਰ ਰਿਹਾ ਹੈ। ਇਸ ਘਰ ਵਿੱਚ ਮਹਾਰਾਜ ਜੀ ਦਾ ਪਵਿੱਤਰ ਚਮੜੇ ਦਾ ਜੋੜਾ, ਮਹਾਰਾਜ ਜੀ ਦੇ ਚੜਾਉਂ, ਵਸਤਰ, ਬਿਸਤਰਾ ਤੇ ਕੰਬਲ ਬਹੁਤ ਹੀ ਸ਼ਰਧਾ ਪੂਰਵਕ ਸੰਭਾਲਿਆ ਗਿਆ ਹੈ। ਇਹ ਮਹਾਰਾਜ ਪ੍ਰੀਤਮ ਦਾਸ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਹੇਠਲੇ ਹਿੱਸੇ ਵਿੱਚ ਪ੍ਰੀਤਮ ਪਾਤਸ਼ਾਹ ਜੀ ਦਾ ਪਲੰਗ ਸੁਸ਼ੋਭਿਤ ਹੈ, ਜਿਸ ਵਿੱਚ ਮਹਾਰਾਜ ਪ੍ਰੀਤਮ ਦਾਸ ਜੀ ਦੀਆਂ
ਯਾਦਗਾਰੀ ਵਸਤੂਆਂ ਸੁਸ਼ੋਭਿਤ ਨੇ।